ਕੁਛ ਅੱਜ ਦੇਖਣ 'ਚ ਆਇਆ ਕਿ ਤੁਹਾਡੇ ਟੀਚਰ ਆ ਗਏ, ਗੱਲਬਾਤ ਹੋਈ ਸੀ, ਕੀ ਸੀ ਘਰ ਵਿੱਚ ਕੌਣ-ਕੌਣ ਸੀਗਾ, ਕੀ ਮਾਮਲਾ ਸੀ? ਨਹੀਂ ਦੇਖੋ, ਮੈਂ ਤਾਂ ਇੱਥੇ ਚੰਡੀਗੜ੍ਹ 'ਚ ਹਾਂ ਔਰ ਮੈਨੂੰ ਲੱਗਦਾ 1 ਮਹੀਨੇ ਦੇ ਵਿੱਚ ਇਹਨਾਂ ਨੂੰ 4-4 5-5 ਵਾਰੀ ਸਾਰੀਆਂ ਯੂਨੀਅਨ ਨੂੰ ਮਿਲ ਲਿਆ। ਔਰ ਜਲੰਧਰ ਮੇਰੇ ਘਰ ਦੇ ਵਿੱਚ ਇਹ ਲੋਕੀ ਵੜ ਗਏ ਔਰ ਉੱਥੇ ਬਜ਼ੁਰਗ ਹੈਗੇ ਆ, ਬਜ਼ੁਰਗ ਵੀ ਆ, ਡਾਇਬਟਿਕ ਵੀ ਆ, ਬਜ਼ੁਰਗ ਹਾਰਟ ਪੇਸ਼ੈਂਟ ਵੀ ਆ। ਔਰ ਮੈਂ ਤਾਂ ਈਵਨ ਕੋਵਿਡ ਦੇ ਵਿੱਚ ਉਹਨਾਂ ਦੇ ਕਈ ਦਿਨ ਨੇੜੇ ਨਹੀਂ ਗਿਆ ਵੀ ਕੋਈ ਇਹੋ ਜਿਹੀ ਪ੍ਰੋਬਲਮ ਨਾ ਹੋ ਜਾਵੇ, ਲੇਕਿਨ ਇਹ ਉਹਨਾਂ ਨੂੰ ਸਟ੍ਰੈਸ ਦੇ ਰਹੇ ਆ। ਅੱਛਾ, 18 ਘੰਟੇ ਮੈਂ ਕੰਮ ਕਰ ਰਿਹਾ ਔਰ ਬਦਕਿਸਮਤੀ ਇਹ ਆ ਵੀ ਜੇ 18 ਘੰਟੇ ਕੰਮ ਕਰਨ ਤੋਂ ਬਾਅਦ ਵੀ ਇੱਦਾਂ ਦੇ ਹਾਲਾਤ ਪੈਦਾ ਹੋਣੇ ਆ ਵੀ ਜੇ ਮੈਨੂੰ ਲੱਗਦਾ ਮੈਂ ਸਾਰਿਆਂ ਨੂੰ 5-5 6-6 ਵਾਰੀ ਮਿਲ ਲਿਆ। ਔਰ ਇਹ ਬੜਾ ਅਨਕਾਲਡ ਫੋਰ ਆ। ਇਹ ਕਿਹੜੇ ਸਮਾਜ ਦੀ ਗੱਲ ਇਹ ਕਰਨਗੇ ਜਾਂ ਕਿਹੜੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਗੇ ਇਹ ਲੋਕ ਜਿਹੜੇ ਆ। ਔਰ ਮੈਂ ਤਾਂ ਇਸ ਗੱਲ ਲਈ ਕਿਉਂਕਿ ਮੈਨੂੰ ਇਹ ਆ ਕਿ ਯਾਰ ਜੇ ਬਜ਼ੁਰਗਾਂ ਨੂੰ ਕੁਝ ਹੋ ਗਿਆ ਤੇ ਦੈਨ ਹੂ ਵਿਲ ਬੀ ਰਿਸਪੌਂਸੀਬਲ ਫॉर ਦਿਸ। ਕਿ ਜਿਸ ਤਰੀਕੇ ਨਾਲ ਅੰਦਰ ਦਾਖਲ ਹੋਇਆ ਇਹਦੇ ਪਿੱਛੇ ਤੁਸੀਂ ਫੇਲਿਅਰ ਕਿਦਾਂ ਮੰਨਦੇ ਹੋ? ਸਿਸਟਮ ਦਾ, ਪੁਲਿਸ ਦਾ ਫੇਲਿਅਰ ਹੈਗਾ? ਕਿਉਂਕਿ ਜੇਕਰ ਉਹ ਪ੍ਰੋਟੈਸਟ ਕਰ ਰਹੇ ਸੀਗੇ। ਨਹੀਂ, ਮੈਨੂੰ ਤਾਂ ਲੱਗਦਾ ਇਹ ਆਰਗੇਨਾਈਜ਼ਡ ਸਿਸਟਮ ਆ, ਇਹ ਕੋਈ ਸਾਜ਼ਿਸ਼ ਹੋਣੀ ਆ ਜਾਂ ਤਾਂ ਕਿਉਂਕਿ ਹੋ ਸਕਦਾ ਪੁਲਿਸ ਦਾ ਫੇਲਿਅਰ ਵੀ ਹੋਵੇ ਇਹਦੇ ਵਿੱਚ। ਲੇਕਿਨ ਅਨਫੋਰਚੂਨੇਟ ਲਿਆ ਜੇ ਤੁਸੀਂ, ਮੈਂ ਕਹਿੰਦਾ ਆਫੀਸ਼ੀਅਲ ਉਹਦੇ ਤੇ ਆ ਜਾਓ ਤੁਸੀਂ। ਅੱਛਾ, ਜੇ ਕਿਸੇ ਨੇ ਡਿਸਕਸ ਕਰ ਲਵੇ। ਮੈਂ ਤਾਂ ਇਹਨਾਂ ਨੂੰ 5-5 6-6 ਵਾਰੀ ਮਿਲ ਹਟਿਆ। ਪਰ ਜੇ ਮੈਂ ਵੀ ਉੱਥੇ ਨਹੀਂ ਹੈਗਾ, ਅੱਛਾ ਪ੍ਰਾਈਵੇਟ ਘਰ ਹੈ, ਬਜ਼ੁਰਗ ਹੈ, ਅੱਛਾ ਇਨਸਾਨੀਅਤ ਵੀ ਤਾਂ ਕਿਤੇ ਤਾਂ ਇਨਸਾਨੀਅਤ ਖੜਦੀ ਹੈ ਨਾ, ਕਿਤੇ ਤਾਂ ਇਨਸਾਨੀਅਤ ਹੋਣੀ ਚਾਹੀਦੀ ਹੈ। ਕਿੰਨੀ ਦੇਰ ਭਾਜੀ ਅੰਦਰ ਉੱਥੇ ਰਹੇ ਨੇ ਔਰ ਕੀ ਬਾਹਰ? ਨਹੀਂ, ਹਜੇ ਵੀ ਮੈਨੂੰ ਤਾਂ ਲੱਗਦਾ, ਕਿਉਂਕਿ ਮੈਨੂੰ ਤਾਂ ਬਜ਼ੁਰਗਾਂ ਦਾ ਫੋਨ ਆਇਆ, ਅਜੇ ਵੀ ਘਰ ਹੀ? ਅਜੇ ਵੀ ਮੇਰਾ ਖਿਆਲ ਉੱਥੇ ਹੀ ਆ। ਔਰ ਮੇਰਾ ਖਿਆਲ ਹੈ ਵੀ ਪਿਛਲੇ 2-3 ਘੰਟੇ ਦੇ ਇਹ ਘਰੇ ਬੜੇ ਆ। ਕੌਣ, ਕਿੰਨੇ ਕੁ ਲੋਕ ਹੈ, ਕਿਹੜੀ ਯੂਨੀਅਨ ਹੈ ਔਰ ਕੀ ਇਸ ਯੂਨੀਅਨ ਨਾਲ ਵੀ ਤੁਹਾਡੀ ਕੋਈ ਗੱਲਬਾਤ ਹੋਈ ਸੀ? ਦੇਖੋ, ਮੇਰੀ ਸਾਰੀਆਂ ਯੂਨੀਅਨ ਨਾਲ ਲਗਭਗ 5-5 4-4 ਵਾਰੀ ਗੱਲ ਹੋਈ। ਮੈਂ ਕਿਹਾ ਜੋ ਡਿਪਾਰਟਮੈਂਟ ਲੈਵਲ ਤੇ ਮੈਂ ਕਰ ਸਕਦਾ ਮੈਂ ਡੈਫੀਨੇਟਲੀ ਇਨ ਪ੍ਰੋਸੈਸ ਹੈਗਾ। ਕੁਛ ਕੋਰਟਸ ਦੇ ਵਿੱਚ ਕੇਸ ਹੈ, ਕੁਛ ਕੁ ਜਿਹੜੇ ਆ ਡਿਪਾਰਟਮੈਂਟ ਨੂੰ ਕਿਹਾ ਗਿਆ ਵੀ ਤੁਸੀਂ ਇਹਦੇ ਤੇ ਵਰਕਆਊਟ ਕਰੋ ਵੀ ਆਪਾਂ ਬੈਸਟ ਪੋਸੀਬਲ ਕੀ ਕਰ ਸਕਦੇ ਹਾਂ। ਔਰ ਇਦੋਂ ਵੱਧ ਤਾਂ ਮੈਨੂੰ ਲੱਗਦਾ ਨਹੀਂ ਕੁਛ ਕੀਤਾ ਜਾ ਸਕਦਾ। पुलिस ऑफिसर जो है वहाँ पर जलंधर में, सर उनसे बातचीत हुई, कोई आपको किसी तरीके से बाहर निकालने का प्रयास करे या जो लॉ एंड ऑर्डर है लगता नहीं, वो तो पुलिस ने देखना है बेसिकली। अगर मिनिस्टर के घर के अंदर ही कोई चले जाएगा ऐसे जो लोग हैं तो अल्टीमेटली ये पुलिस का फेलियर तो है ही। हाँ, नारेबाजी तो मैं बेसिकली मैं विजुअल भी आपको शेयर कर दूंगा। वहाँ उन्होंने नारेबाजी चलो करते रहें, कोई ऐसी वो प्रॉब्लम नहीं। लेकिन ये है कि आप अगर किसी के घर पे घुस के ऐसा काम करते हैं तो, और वो भी बुजुर्गों के सामने, तो वो कितनी इंसानियत है। ਮੈਨੂੰ ਤਾਂ ਨਹੀਂ ਪਤਾ, ਕਿਉਂਕਿ ਮੈਨੂੰ ਤਾਂ ਸਿਰਫ ਬਜ਼ੁਰਗਾਂ ਦਾ ਫੋਨ ਆਇਆ, ਕਿਉਂਕਿ ਅਲਟੀਮੇਟਲੀ 올ਡ ਏਜ ਹੈਗੇ ਆ। ਸੋ ਮੈਂ ਇਸ ਗੱਲ ਤੋਂ ਡਰਦਾ ਹੈਗਾ ਕਿ ਕੋਈ ਇਹੋ ਜਿਹੀ ਗੱਲ ਨਾ ਹੋਵੇ। ਭਾਜੀ ਕਿੰਨੇ ਕੁ ਵਜੇ ਦੇ ਬੜੇ ਸੀਗੇ ਔਰ ਕੀ ਇਹਨਾਂ ਨਾਲ ਤੁਹਾਡੀ ਕਦੋਂ ਗੱਲਬਾਤ ਹੋਈ ਸੀ? ਹੁਣ ਇਹ ਮੰਗ ਕੀ ਕਰ ਰਹੇ ਹੈ ਕਿ ਅਸੀਂ ਇਹ ਕਹਿ ਰਹੇ ਕਿ ਉਦੋਂ ਤੱਕ ਰਵਾਂਗੇ ਜਦੋਂ ਤੱਕ ਤੁਸੀਂ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਹੈ। ਮੈਂ ਤਾਂ ਇੱਥੇ ਹੁਣ ਚੰਡੀਗੜ੍ਹ ਆ। ਚੰਡੀਗੜ੍ਹ ਇਹਨਾਂ ਨੂੰ ਪਤਾ ਵੀ 2-3 ਦਿਨ ਮੈਂ ਮੰਡੇ, ਟਿਊਜ਼ਡੇ, ਵੈਡਨਸਡੇ ਚੰਡੀਗੜ੍ਹ ਹੁੰਦਾ। ਪਰ ਮੈਨੂੰ ਤਾਂ ਹੁਣ ਨਾ ਕੋਈ ਪਤਾ ਹੀ ਆ ਵੀ ਕੀ ਇਹ ਕਹਿਣਾ ਚਾਹੁੰਦੇ। ਮੈਨੂੰ ਇੱਥੇ ਮੈਨੂੰ ਜਿਹੜਾ ਮਰਜ਼ੀ ਮਿਲ ਲਵੇ, ਮੈਂ ਤਾਂ ਕਦੀ ਮਨਾ ਹੀ ਨਹੀਂ ਕਰਦਾ। ਤੁਸੀਂ ਕਿਹਾ ਘਰ ਵਿੱਚ ਬਜ਼ੁਰਗ ਹੈ ਔਰ ਪੁਲਿਸ ਦਾ ਫੇਲੀਅਰ ਹੈ, ਕਿਸ ਦੀ ਸਾਜ਼ਿਸ਼ ਲੱਗਦੀ ਹੈ? ਕਿਉਂਕਿ ਇਸ ਤਰੀਕੇ ਦੇ ਨਾਲ ਅਗਰ ਘੇਰਾ ਪਾਇਆ, ਘਰ ਦੇ ਅੰਦਰ ਵੜ ਗਏ, ਕੋਈ ਸਾਜ਼ਿਸ਼ ਕਿਸ ਦੀ ਸਾਜ਼ਿਸ਼ ਦੀ? ਨਹੀਂ, ਮੈਂ ਤਾਂ ਹੁਣ ਇਹਦੀ ਤੇ ਤਾਂ ਨੈਚੁਰਲੀ ਪੁਲਿਸ ਕਮੈਂਟ ਕਰ ਸਕਦੀ, ਮੈਂ ਤਾਂ ਕਮੈਂਟ ਨਹੀਂ ਕਰ ਸਕਦਾ। ਤੁਹਾਡੀ ਪੁਲਿਸ ਨਾਲ ਕੋਈ ਗੱਲਬਾਤ ਹੋਈ ਹੈ ਕਿ ਇਹਨਾਂ ਨੂੰ ਘਰੋਂ ਬਾਹਰ ਕਿਤੇ ਅਲੱਗ ਤੋਂ ਜਗ੍ਹਾ ਦਿੱਤੀ ਜਾਵੇ ਜਾਂ ਕੁਝ? ਨਹੀਂ, ਬਟ ਵੈਸੇ ਵੀ ਉੱਥੇ ਤਾਂ ਮੇਰੀ ਜਿਹੜੀ ਜਲੰਧਰ ਦਾ ਘਰ ਆ ਉਹ ਲੋਕੈਲਿਟੀ ਦੇ ਵਿੱਚ ਆ। ਉੱਥੇ ਕੋਈ ਸਰਕਾਰੀ ਜਗ੍ਹਾ ਨਹੀਂ ਹੈ, ਮਤਲਬ ਆਲੇ ਦੁਆਲੇ ਲੋਕ ਤੰਗ ਹੈਗੇ ਆ। ਔਰ ਮੈਂ ਕੰਮ ਕਰ ਰਿਹਾ, ਲੇਕਿਨ ਅਨਫੋਰਚੂਨੇਟ ਹੈ, ਇਹੋ ਜਿਹੀ ਸਿਚੁਏਸ਼ਨ ਨਹੀਂ ਬਣਨੀ ਚਾਹੀਦੀ। ਯੂਨੀਅਨ ਦਾ ਨਹੀਂ ਪਤਾ ਚੱਲ ਸਕਿਆ ਕਿਹੜੀ? ਮੇਰਾ ਖਿਆਲ ਕੋਈ ਬੇਰੁਜ਼ਗਾਰ ਟੀਚਰ ਯੂਨੀਅਨ ਮੈਨੂੰ ਦੱਸਿਆ ਹੈਗਾ ਵੀ, ਜਾਂ PTI ਬੇਰੁਜ਼ਗਾਰ ਟੀਚਰ ਯੂਨੀਅਨ ਹੈਗੀ ਆ। ਔਰ ਮੈਂ ਸਾਰੀ, ਮੈਨੂੰ ਲੱਗਦਾ ਉਹਦੇ ਤੇ ਅਸੀਂ ਹੋਮਵਰਕ ਕਰ ਰਹੇ ਹਾਂ। ਹੁਣ ਵੀ ਮੈਂ ਐਜੂਕੇਸ਼ਨ
ਸੈਕਟਰੀ ਐਂਡ ਉਹਨਾਂ ਨਾਲ ਹੀ ਮੀਟਿੰਗ ਕਰਨ ਜਾ ਰਹੇ ਹਾਂ ਵੀ ਆਪਾਂ ਜੋ ਕਰਨ ਵਾਲਾ ਹੈਗਾ ਉਹ ਕਿੱਥੇ ਕੁ ਪਹੁੰਚਾ, ਉਹਦੀ ਕੀ ਆਪਾਂ ਕਰ ਸਕਦੇ ਹਾਂ, ਰੈਮੇਡੀ ਕੀ ਲੈ ਸਕਦੇ ਹਾਂ ਤਾਂ ਕਿ ਉਹਨੂੰ ਸੌਰਟ ਆਊਟ ਕੀਤਾ ਜਾਵੇ। ਸੰਵਿਧਾਨ ਦੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਵੀ ਸਾਨੂੰ ਕਿਸੇ ਹੱਦ ਤੱਕ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੰਦੇ ਆ। ਕੀ ਤੁਸੀਂ ਇਹਨਾਂ ਦੇ ਖਿਲਾਫ ਕੋਈ ਲੀਗਲ ਐਕਸ਼ਨ ਲੈਣ ਜਾਓਗੇ ਆਉਣ ਦੇ ਸਮੇਂ 'ਚ? ਨਹੀਂ ਹੈ ਤਾਂ ਦੇਖੋ, ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਯਾਰ ਸਾਡੇ ਹੀ ਬੱਚੇ ਆ, ਬਟ ਜਦੋਂ ਕਿਤੇ ਹੱਦ ਤੋਂ ਗਾਂਹ ਤੁਸੀਂ ਲੰਘ ਜਾਂਦੇ ਆ, ਕਿਉਂਕਿ ਮੈਂ ਨਹੀਂ ਕਹਿੰਦਾ ਕਿ ਡੈਮੋਕ੍ਰੈਟਿਕ ਰਾਈਟ ਹੈਗਾ, ਔਰ ਲੇਕਿਨ ਜੇ ਮੰਨ ਲਓ ਸਪੋਜ਼ ਇਹੋ ਜਿਹੀ ਸਿਚੁਏਸ਼ਨ ਜਿਹੜੀ ਕਿ ਨਹੀਂ ਹੋਣੀ ਚਾਹੀਦੀ, ਔਰ ਇਹਨਾਂ ਨੂੰ ਵੀ ਤਾਂ ਇਸ ਗੱਲ ਲਈ ਸਮਝ ਹੋਣੀ ਚਾਹੀਦੀ ਆ ਕਿ ਮੇਰੇ ਮਦਰ ਫਾਦਰ ਹੈਗੇ ਆ, ਫਾਦਰ ਹਾਰਟ ਪੇਸ਼ੈਂਟ ਹੈ ਔਰ ਮਦਰ ਅਕਿਊਟ ਡਾਇਬਟਿਕ ਹੈ। ਸੋ ਮੈਨੂੰ ਤਾਂ ਉਹਨਾਂ ਦਾ, ਕਿਉਂਕਿ ਅੱਗੇ ਵੀ ਇੱਕ ਦਿਨ ਹੋਇਆ, ਅੱਗੇ ਤਾਂ ਚਲੋ ਘਰ ਦੇ ਬਾਹਰ ਤੱਕ ਹੀ ਆਏ ਸੀ, ਬਟ ਅੱਜ ਤਾਂ ਘਰ ਦੇ ਅੰਦਰ ਹੀ ਚਲੇ ਗਏ। ਸਰ, ਇਸ ਤੋਂ ਇਲਾਵਾ ਪਰਾਲੀ ਦਾ ਮੁੱਦਾ ਵਾ, ਪਰਾਲੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸੁਪਰੀਮ ਕੋਰਟ ਦੀ ਸੁਣਵਾਈ ਜਾਰੀ ਹੈ। ਕੇਂਦਰ ਸਰਕਾਰ ਨੇ ਹਲਫਨਾਮਾ ਦਿੱਤਾ ਕਿ 4% ਦੀ ਪਰਾਲੀ ਦੀ ਵਜ੍ਹਾ ਕਰਕੇ ਪ੍ਰਦੂਸ਼ਣ ਦਿੱਲੀ 'ਚ ਹੋ ਰਿਹਾ। ਦਿੱਲੀ ਹਮੇਸ਼ਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਉੱਤੇ ਮੜਦੀ ਆਈ ਹੈ ਕਿ ਉਸ ਦੀ ਵਜ੍ਹਾ ਕਰਕੇ ਅੱਜ ਪੰਜਾਬ ਸਰਕਾਰ ਨੂੰ ਵੀ ਪੁੱਛਿਆ ਗਿਆ ਸੀਗਾ ਕਿ ਪੰਜਾਬ ਸਰਕਾਰ ਨੇ ਕਿਸਾਨ ਪਰਾਲੀ ਨਾ ਸਾੜਨ ਕੀ ਕੁਛ ਕਰ ਨਹੀਂ ਦੇਖੋ, ਜਿੱਥੇ ਅਸੀਂ ਉਹਨਾਂ ਨੂੰ ਜਿਹੜੇ ਕੈਂਪਸ ਵਗੈਰਾ ਸਾਡਾ ਐਗਰੀਕਲਚਰ ਡਿਪਾਰਟਮੈਂਟ ਲਾਉਂਦਾ, ਉੱਥੇ ਸਟ੍ਰਿਕਟਲੀ ਅਸੀਂ ਪਰਚੇ ਵਗੈਰਾ ਵੀ ਦਰਜ ਕਰਵਾਏ ਹੈਗੇ ਆ, ਬਟ ਅਗੇਨ ਫਿਰ ਕਿਸਾਨ ਦੀ ਜਿਹੜੀ ਕਿੰਨੀ ਕੁ ਉਹਦੀ ਅਰਨਿੰਗ ਹੈ ਉਹਦੇ ਤੇ ਵੀ ਕਿਤੇ ਨਾ ਕਿਤੇ ਡਿਪੈਂਡ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਕੁਛ ਕਿੱਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ, ਪਰ ਜਿਹੜਾ ਪੋਲਿਊਸ਼ਨ ਵਾਲਾ ਗੱਲ ਹੈ, ਕਿਉਂਕਿ ਦਿੱਲੀ ਜੇ ਬੇਸਿਕਲੀ ਕੇਂਦਰ ਸਰਕਾਰ ਨੇ ਆਪਣਾ ਐਨਾਲਾਈਜ਼ ਵੀ ਕੀਤਾ ਹੈਗਾ ਵੀ 4% ਹੀ ਆ, ਇਹਦਾ ਮਤਲਬ ਬਾਕੀ 96% ਤਾਂ ਹੋਰ ਪੈਰਾਮੀਟਰ ਸਾਨੂੰ, ਕਿਉਂਕਿ ਸਿਰਫ ਦਿੱਲੀ ਸਰਕਾਰ ਜੇ ਪੰਜਾਬ ਤੇ ਜਾਂ ਹਰਿਆਣੇ ਤੇ ਸਿਰਫ ਤੋਪ ਹੀ ਦਿੰਦੀ ਆ, ਮੈਨੂੰ ਲੱਗਦਾ ਇਹ ਵੀ ਕੋਈ ਗੱਲ ਠੀਕ ਨਹੀਂ ਹੈ। ਔਰ ਇਹਦੇ ਤੇ ਦਿੱਲੀ ਸਰਕਾਰ ਨੂੰ ਆਪਣੇ ਜਿਹੜੇ ਪੈਰਾਮੀਟਰਸ ਆ ਉਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਪੋਲਿਊਸ਼ਨ ਆ ਉੱਥੇ ਘੱਟ ਹੋ ਜਾਵੇ। ਨਹੀਂ, ਮੈਂ ਤਾਂ ਖੁਦ ਇਸ ਗੱਲ ਨੂੰ ਮਹਿਸੂਸ ਕਰਦਾ, ਕਿਉਂਕਿ ਅਸੀਂ ਉਹਦੇ ਕੋਈ ਡਿਫਰੈਂਟ ਪੈਰਾਮੀਟਰਸ ਫਿਕਸ ਕਰੀਏ, ਕਿਉਂਕਿ ਕੋਈ ਸੈਂਟਰ ਸਰਕਾਰ ਥੋੜ੍ਹੀ ਬਹੁਤੀ ਮਦਦ ਕਰੇ, ਕੁਛ ਅਸੀਂ ਮਦਦ ਕਰੀਏ, ਕੁਛ ਕਿਸਾਨ ਜਿਹੜੇ ਆ, ਕਿਉਂਕਿ ਇਹਦੇ ਕਈ ਬਦਲਵੇਂ ਪ੍ਰਬੰਧ ਕਿਉਂਕਿ ਕਈ ਬਦਲਵੇਂ ਪ੍ਰਬੰਧ ਹੋਏ ਵੀ ਆ, ਪਿਛਲੇ ਸਮੇਂ ਤੋਂ ਬਹੁਤ ਘਟਿਆ ਵੀ ਹੈਗਾ ਪੋਲਿਊਸ਼ਨ। ਮੈਨੂੰ ਪਤਾ ਕਿ ਮੈਂ ਆਪਣੇ ਹਲਕੇ ਦੇ ਵਿੱਚ ਕਈ ਕਿਸਾਨਾਂ ਦੇ ਉੱਤੇ, ਕਿਉਂਕਿ ਉਹਨਾਂ ਨੂੰ ਐਜੂਕੇਟ ਵੀ ਕੀਤਾ, ਪਰ ਜਿਹੜੇ ਕੋਈ ਨਹੀਂ ਫਿਰ ਹਟਦੇ ਸੀ, ਫਿਰ ਉਹਨਾਂ ਤੇ ਪਰਚੇ ਵਗੈਰਾ ਵੀ ਦਰਜ ਕਰਵਾਏ। ਸਿਮਿਲਰਲੀ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਬੜਾ ਧਿਆਨ ਨਾਲ ਵਾਚਿਆ ਜਾ ਰਿਹਾ ਵੀ ਹਾਂ ਵੀ ਇਹ ਸਾਡੇ ਸਾਰਿਆਂ ਦੀ ਸਿਹਤ ਨਾਲ ਕਿਤੇ ਨਾ ਕਿਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਾਰਿਆਂ ਲਈ ਚੰਗਾ ਨਹੀਂ ਹੈ, ਕਿਉਂਕਿ ਸਾਹ ਤਾਂ ਹਰ ਬੰਦੇ ਨੇ, ਕਿਉਂਕਿ ਅੱਜ ਦਿੱਲੀ ਦੀ ਪ੍ਰੋਬਲਮ ਹੈ, ਕੱਲ੍ਹ ਨੂੰ ਪੰਜਾਬ ਦੀ ਹੋ ਸਕਦੀ ਆ, ਹਰਿਆਣੇ ਦੀ ਹੋ ਸਕਦੀ ਆ, ਬਟ ਸਾਨੂੰ ਕਲੈਕਟਿਵਲੀ ਇਹਦੇ ਤੇ ਜਿਹੜੇ ਪੈਰਾਮੀਟਰਸ ਆ ਉਹ ਫਿਕਸ ਕਰਕੇ ਉਹਦੇ ਤੇ ਐਕਟ ਕਰਨਾ ਪਊਗਾ। ਨਹੀਂ, ਕਰਜ਼ਾ ਹੈਗਾ, ਇਹਦੇ 'ਚ ਕੋਈ ਦੋ ਰਾਮਾ ਨਹੀਂ, ਕਿਉਂਕਿ ਮੈਂ ਤਾਂ ਖੁਦ ਕਦੀ ਨਹੀਂ ਇਸ ਗੱਲ ਨੂੰ, ਕਿਉਂਕਿ ਸਾਨੂੰ ਜਿਹੜੇ ਰੈਵਨਿਊ ਜਨਰੇਟ ਕਰਨ ਲਈ, ਰੈਵਨਿਊ ਵਧਾਉਣ ਲਈ ਸਾਨੂੰ ਜਿਹੜੇ ਸਾਰੇ ਪੈਰਾਮੀਟਰਸ ਆ, ਚਾਹੇ ਕਾਰਪੋਰੇਸ਼ਨ ਆ ਲੀਕਰ ਦੀ, ਚਾਹੇ ਮਾਈਨਿੰਗ ਦੀ, ਚਾਹੇ ਹੋਰ ਜਿਹੜੇ, ਕਿਉਂਕਿ ਕਰਪਸ਼ਨ ਵਾਲਾ ਐਂਗਲ ਆ, ਇਹ ਸਾਨੂੰ ਸਾਰੇ ਪੈਰਾਮੀਟਰ ਜਿਹੜੇ ਉਹ ਟਾਈਟ ਕਰਨੇ ਪੈਣਗੇ। ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਪੰਜਾਬ ਲਈ ਸਿਰਫ ਇਲੈਕਸ਼ਨ ਨਹੀਂ ਹੈ, ਪੰਜਾਬ ਦੇ ਰਿਵਾਈਵਲ ਤੇ ਸਰਵਾਈਵਲ ਦੀ ਗੱਲ ਵੀ ਹੈ। ਮੈਂ ਇਸ ਗੱਲ ਲਈ ਬੜਾ ਕਲੀਅਰ ਹੈਗਾ ਕਿ ਸਾਨੂੰ ਸਾਰਿਆਂ ਨੂੰ ਇਹਦੇ ਲਈ ਸੁਹਿਰਦ ਹੋਣਾ ਚਾਹੀਦਾ ਔਰ ਇਹਦੇ ਤੇ ਲਗਾਤਾਰ ਸਾਨੂੰ ਕੰਮ ਕਰਨਾ ਚਾਹੀਦਾ। ਅਸੀਂ ਉਹਦੇ ਤੇ ਡਿਸਕਸ਼ਨ 2-3 ਵਾਰੀ ਹੋ ਚੁੱਕੀ ਆ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਯੂਥ ਨੂੰ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਜੌਬਸ ਜਿਹੜੀਆਂ ਮਿਲਣ। ਸੋ ਅਲੱਗ-ਅਲੱਗ ਉਹਦੇ ਤੇ ਵਿਊ ਪੁਆਇੰਟ ਸੀਗੇ। ਮੈਨੂੰ ਲੱਗਦਾ ਕੱਲ੍ਹ ਵਾਲੀ ਜਿਹੜੀ ਸਾਡੀ ਕੈਬਨਿਟ ਆ ਉਹਦੇ ਵਿੱਚ ਵੀ ਡਿਸਕਸ਼ਨ ਹੋਊਗੀ, ਕਿਉਂਕਿ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਅਸੀਂ ਲਿਆਉਣੀਆਂ ਚਾਹੁੰਦੇ ਤਾਂ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਿਹੜਾ ਜੌਬਸ ਦੇ ਵਿੱਚ ਜਿਹੜਾ ਫਾਇਦਾ ਹੋ ਸਕੇ। ਅਕਾਲੀ ਬਸਪਾ ਦੇ ਜਿਹੜੇ ਗੱਠਜੋੜ ਤੇ ਵੀ ਅੱਜ ਮੁੱਖ ਮੰਤਰੀ ਨੇ ਤੰਜ ਕੱਸਿਆ ਔਰ ਇਹ ਕਿਹਾ ਕਿ ਅਕਾਲੀ ਦਲ ਸਿਰਫ ਮਜਬੂਰੀ ਹੈ, ਗਰੀਬਾਂ ਨਾਲ ਪਿਆਰ ਨਹੀਂ ਕਰਦੀ ਬਸਪਾ ਨਾਲ। ਦੇਖੋ, ਮੈਂ ਤਾਂ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਸ ਕਰਕੇ ਨਹੀਂ ਕਰਨਾ ਚਾਹੁੰਦਾ, ਅੱਜ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ ਹਰ ਚੀਜ਼ ਅਵੇਲੇਬਲ ਹੈ। ਸੋ ਜਿਹਨੇ ਜੋ ਕੀਤਾ ਉਹ ਲੁਕੋਇਆ ਨਹੀਂ ਜਾ ਸਕਦਾ, ਉਹ ਸਾਰਿਆਂ ਦੇ ਸਾਹਮਣੇ ਆ।
ਸੋ ਅਕਾਲੀ ਦਲ ਨੇ ਜੋ ਪਿਛਲੇ ਸਮੇਂ 'ਚ ਕੀਤਾ ਉਹ ਮੈਨੂੰ ਲੱਗਦਾ ਕਿ ਉਹ ਪੋਲੀਟੀਕਲ ਮਜਬੂਰੀ ਦੇ ਤਹਿਤ ਹੀ ਜਿਹੜਾ ਬੀਐਸਪੀ ਦੇ ਨਾਲ ਹੈ। ਔਰ ਕਿਉਂਕਿ ਅਕਾਲੀ ਦਲ ਦਾ ਆਪਣਾ ਕੈਡਰ ਬੜਾ ਸਟਰੋਂਗ ਕੈਡਰ ਸੀ, ਪਰ ਅਨਫੋਰਚੂਨੇਟਲੀ ਇੱਕ ਪਰਿਵਾਰ ਦੀ ਇਹ ਫੀਫਡਮ ਬਣ ਕੇ ਰਹਿ ਗਿਆ, ਜਿਹਦੇ ਕਰਕੇ ਕਿਉਂਕਿ ਇਹ ਨਹੀਂ ਹੋ ਸਕਦਾ ਵੀ 100 ਸਾਲ ਪੁਰਾਣੀ ਪਾਰਟੀ ਜਿਹੜੀ ਆ ਉਹ ਸਿਰਫ ਇੱਕ ਪਰਿਵਾਰ 'ਚ ਸਿਮਟ ਕੇ ਰਹਿ ਜਾਵੇ। ਮੈਨੂੰ ਲੱਗਦਾ ਕਿ ਇਹਦਾ ਘੇਰਾ ਵਧਾਉਣਾ ਚਾਹੀਦਾ, ਸਾਨੂੰ ਓਪਨ ਕਰਨਾ ਚਾਹੀਦਾ, ਤਾਂ ਕਿ ਦੇਖੋ ਪੋਲੀਟੀਕਲ ਸਿਸਟਮ ਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਉਸ ਦਾਇਰੇ ਦੇ ਵਿੱਚ ਰਹਿ ਕੇ ਹੀ ਕੰਮ ਕਰਦੀਆਂ, ਪਰ ਜਦੋਂ ਲੋਕ ਇਹ ਮਹਿਸੂਸ ਕਰਨ ਲੱਗ ਪੈਂਦੇ ਆ ਵੀ ਇਹ ਸਿਰਫ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ ਆ, ਤਾਂ ਫਿਰ ਲੋਕੀ ਬਹੁਤਾ ਉਹਦੇ 'ਤੇ ਵਿਸ਼ਵਾਸ ਨਹੀਂ ਕਰਦੇ।